ਜੇਤਾ ਜੀਉ ਪਿੰਡ ਸਭ ਤੇਰਾ, ਤੂੰ ਅੰਤਰਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹੈ ਜਨ ਨਾਨਕ, ਜਿਹਾ ਤੂੰ ਕਰਾਹੇ ਤਿਹਾ ਹਉ ਕਰੀ ਵਖਿਆਨ। ਵਾਹਿਗੁਰੂ ਸਾਹਿਬ ਜੀਓ। ਮਹੱਲਾ ਤੀਜਾ। ਇੰਦ ਵਰਸੈ ਕਰ ਦਇਆ, ਲੋਕਾਂ ਮਨ ਉਪਜੈ ਚਾਉ। ਜਿਸ ਕਾ ਹੁਕਮ ਇੰਦ ਵਰਸਦਾ, ਤਿਸ ਕਾ ਸਦ ਬਲਿਹਾਰੈ ਜਾਉ। ਇੰਦ ਵਰਸੈ ਕਰ ਦਇਆ, ਲੋਕਾਂ ਮਨ ਉਪਜੈ ਚਾਉ। ਜਿਸ ਕਾ ਹੁਕਮ ਇੰਦ ਵਰਸਦਾ, ਤਿਸ ਕਾ ਸਦ ਬਲਿਹਾਰੈ ਜਾਉ। ਗੁਰਮੁਖ ਸ਼ਬਦ ਸੰਭਾਲੀਆ, ਸੱਚੇ ਕੇ ਗੁਣ ਗਾਉ। ਨਾਨਕ ਨਾਮ ਰਤੇ ਜਨ ਨਿਰਮਲੇ, ਸਹਜੇ ਸੱਚ ਸਮਾਓ। ਗੁਰਮੁਖ ਸ਼ਬਦ ਸੰਭਾਲੀਆ, ਸੱਚੇ ਕੇ ਗੁਣ ਗਾਉ। ਨਾਨਕ ਨਾਮ ਰਤੇ ਜਨ ਨਿਰਮਲੇ, ਸਹਜੇ ਸੱਚ ਸਮਾਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਗੁਰੂ ਸਵਾਰੇ ਸਤਸੰਗੀ ਜਨੋ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਰਹਿਮਤ ਬਖਸ਼ਿਸ਼ ਹੋਈ ਹੈ। ਸ਼ਾਮ ਦੇ ਸੁੰਦਰ ਦੀਵਾਨ ਸਜੇ ਹਨ, ਜਿਨ੍ਹਾਂ ਵਿੱਚ ਸੁਖਮਨੀ ਸੋਖੇ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾਂ ਕੈ ਮਨ ਵਿਸਰਾਮ, ਸੁਖਮਨੀ ਸਾਹਿਬ ਜੀ ਦੇ ਪਾਠ ਹੋਏ। ਉਪਰੰਤ ਸੋਦਰ ਰਹਿਰਾਸ ਸਾਹਿਬ ਜੀ ਦੇ ਪਾਠ ਤੇ ਗੁਰੂ ਕੀ ਇਲਾਹੀ ਬਾਣੀ ਦਾ ਕੀਰਤਨ ਆਪ ਜੀਆਂ ਨੂੰ ਸਰਵਣ ਕਰਵਾ ਕੇ ਗਏ ਹਨ। ਭਾਈ ਅਸ਼ੋਕ ਸਿੰਘ ਜੀ ਗੰਗਾ ਨਗਰ ਵਾਲੇ, ਉਹਨਾਂ ਦੇ ਰਾਗੀ ਜਥੇ ਨੇ। ਉਸ ਤੋਂ ਬਾਅਦ ਆਪ ਜੀਆਂ ਨੇ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਵਿਚਾਰ ਗੁਰੂ ਅਮਰਦਾਸ ਮਹਾਰਾਜ ਜੀ ਦਾ ਪਾਵਨ ਪਵਿੱਤਰ ਸ਼ਲੋਕ ਸਰਵਣ ਕੀਤਾ ਹੈ। ਮਲਾਰ ਰਾਗ ਦੀ ਵਾਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਉਚਾਰਨ ਕੀਤੀ ਹੈ ਤੇ ਉਸ ਵਿੱਚ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਸ਼ਲੋਕ ਹਨ। ਇੱਕ ਸ਼ਲੋਕ ਦੀ ਵਿਚਾਰ ਆਪਾਂ ਕੱਲ੍ਹ ਕੀਤੀ ਸੀ। ਦੂਜੇ ਸ਼ਲੋਕ ਦੀ ਵਿਚਾਰ ਅੱਜ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਆਪ ਹੀ ਮਤ ਬੁੱਧ ਬਖਸ਼ਿਸ਼ ਕਰਕੇ ਗੁਰਮਤਿ ਦੀ ਰੌਸ਼ਨੀ ਵਿੱਚ ਪਾਵਨ ਪਵਿੱਤਰ ਸ਼ਬਦ ਦੀ ਵਿਚਾਰ ਕਰਵਾ ਲੈਣ। ਕਰੋ ਕਿਰਪਾ ਸਾਧ ਸੰਗਤ। ਸਤਿਗੁਰੂ ਮਹਾਰਾਜ ਜੀ ਦੀ ਅਸੀਸ ਅਤੇ ਮਨ ਦੇ ਟਿਕਾ ਵਾਸਤੇ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਕਰੋ ਕਿਰਪਾ। ਸਤਨਾਮ ਸ੍ਰੀ ਵਾਹਿਗੁਰੂ ਜੀ। ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਅੱਜ ਦੇ ਪਾਵਨ ਪਵਿੱਤਰ ਸ਼ਬਦ ਰਾਹੀਂ
ਮਨੁੱਖ ਨੂੰ ਉਸ ਪਰਿਪੂਰਨ ਪਰਮਾਤਮਾ ਨਾਲ ਜੋੜਨਾ ਚਾਹੁੰਦੇ ਨੇ, ਜਿਹਦੇ ਹੁਕਮ ਦੇ ਵਿੱਚ ਸਾਰੀ ਖੇਡ ਵਰਤਦੀ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਨੇ, ਆਮ ਤੌਰ 'ਤੇ ਜਦੋਂ ਬਰਸਾਤ ਨਾ ਹੋਵੇ ਤੇ ਲੋਕ ਬੱਦਲਾਂ ਵੱਲ ਨੂੰ ਵੇਖਦੇ ਨੇ, ਤੇ ਬੱਦਲਾਂ ਵੱਲੇ ਵੇਖ ਕੇ ਅਰਦਾਸਾਂ ਵੀ ਲੋਕੀ ਕਰਦੇ ਆ, ਲੰਗਰ ਵੀ ਲਵਾਉਂਦੇ ਨੇ, ਬੜਾ ਕੁਝ ਕਰਦੇ ਹਨ। ਜਦੋਂ ਔੜ ਲੱਗੀ ਹੋਵੇ ਉਦੋਂ ਜ਼ਿਮੀਂਦਾਰ ਬੜੇ ਤਰਲੇ ਲੈਂਦਾ ਹੈ, ਬੜੀਆਂ ਮਿੰਨਤਾਂ ਕਰਦਾ ਹੈ, ਬੜੇ ਲੰਗਰ ਲਾਏ ਜਾਂਦੇ ਨੇ ਕਿ ਬਰਸਾਤ ਹੋਵੇ, ਮੀਂਹ ਪੈ ਜਾਏ, ਮੀਂਹ ਪੈ ਜਾਏ। ਤੇ ਜਿਸ ਵੇਲੇ ਬਰਸਾਤ ਹੋ ਜਾਂਦੀ ਹੈ, ਮੀਂਹ ਪੈ ਜਾਂਦਾ ਹੈ, ਲੋਕਾਂ ਦੇ ਮਨ ਵਿੱਚ ਬੜੀ ਖੁਸ਼ੀ ਹੁੰਦੀ ਹੈ। ਖਾਸ ਕਰਕੇ ਉਸ ਵੇਲੇ ਜਦੋਂ ਔੜ ਲੱਗੀ ਹੋਵੇ ਤੇ ਜ਼ਿਮੀਂਦਾਰ ਦੀ ਫਸਲ ਸੁੱਕਦੀ ਹੋਵੇ, ਬਰਸਾਤ ਪੈ ਜਾਏ, ਮੀਂਹ ਹੋ ਜਾਵੇ ਤਾਂ ਉਹਨੂੰ ਬੜੀ ਖੁਸ਼ੀ ਹੁੰਦੀ ਹੈ। ਸਾਹਿਬ ਜੀ ਕਹਿੰਦੇ ਇਕੱਲੇ ਜ਼ਿਮੀਂਦਾਰ ਨੂੰ ਨਹੀਂ ਖੁਸ਼ੀ ਹੁੰਦੀ, ਜਦੋਂ ਮੀਂਹ ਪੈਂਦਾ ਹੈ ਜੀਵ ਜੰਤੂ ਵੀ ਖੁਸ਼ ਹੁੰਦੇ ਨੇ, ਬਨਸਪਤੀ ਨੂੰ ਵੀ ਖੁਸ਼ੀ ਹੁੰਦੀ ਹੈ, ਪਾਣੀ ਮਿਲ ਜਾਂਦਾ ਹੈ। ਪਰ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਲੋਕ ਇੱਕ ਗੱਲ ਦਾ ਭੁਲੇਖਾ ਖਾ ਜਾਂਦੇ ਨੇ, ਜਦੋਂ ਬਰਸਾਤ ਹੁੰਦੀ ਹੈ ਲੋਕ ਉਸ ਵੇਲੇ ਇਹ ਸਮਝਦੇ ਨੇ ਜਿਹੜੀ ਇਹ ਬਰਸਾਤ ਹੋਈ ਹੈ ਕਿਸੇ ਦੇਵਤੇ ਨੇ ਕਰ ਦਿੱਤੀ। ਜਿਵੇਂ ਇੰਦਰ ਦੇਵਤੇ ਦਾ ਨਾਂ ਜੁੜਿਆ ਹੋਇਆ ਹੈ ਵੀ ਇੰਦਰ ਵਰਖਾ ਕਰਦਾ ਹੈ, ਇੰਦਰ ਦੇਵਤਾ ਬਰਸਾਤ ਲਿਆਉਂਦਾ ਹੈ। ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਉਸ ਇੰਦਰ ਦੇ ਵਿਚਾਰੇ ਦੇ ਵੱਸ ਵਿੱਚ ਕੀ ਹੈ। ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਮੈਂ ਕਿਸੇ ਇੰਦਰ ਦੇਵਤੇ ਨੂੰ ਨਹੀਂ ਜਾਣਦਾ, ਮੈਂ ਕਿਸੇ ਇੰਦਰ ਦੇਵਤੇ ਦੀ ਕੋਈ ਪੂਜਾ ਨਹੀਂ ਕਰਦਾ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਨੇ ਆਓ ਤੁਹਾਨੂੰ ਦੱਸੀਏ, ਉਹਦੇ ਵਿਚਾਰੇ ਦੇ ਵੱਸ ਕੁਝ ਨਹੀਂ ਹੈ, ਇਹ ਤਾਂ ਭਈ ਬਰਸਾਤ ਪਰਮਾਤਮਾ ਨੇ ਕੀਤੀ ਹੈ, ਵਾਹਿਗੁਰੂ ਨੇ ਕੀਤੀ ਹੈ, ਪਰਮੇਸ਼ਰ ਨੇ ਕੀਤੀ ਹੈ। ਪਿਛਲੇ ਇਸੇ ਹੀ ਲੜੀਵਾਰ ਕਥਾ ਵਿੱਚ ਗੁਰੂ ਅਮਰਦਾਸ ਮਹਾਰਾਜ ਜੀ ਦਾ ਇੱਕ ਸ਼ਬਦ ਪਿਛਲੇ 2-4 ਅੰਕਾਂ ਤੋਂ ਪਿੱਛੇ ਇਹ ਆਪ ਜੀ ਸਰਵਣ ਕਰਕੇ ਗਏ, ਉਹਦੇ ਵਿੱਚ ਇੱਕ ਸ਼ਬਦ ਆਇਆ ਸੀ। ਸਤਿਗੁਰੂ ਮਹਾਰਾਜ ਜੀ ਕਹਿੰਦੇ ਸਨ ਕਿਆ ਉੱਠ ਉੱਠ ਦੇਖੋ ਬੱਪੜੇ, ਇਹ ਵਿਚਾਰੇ ਜੀਵੋ ਤੁਸੀਂ ਕੀ ਉੱਠ ਉੱਠ ਕੇ ਵੇਂਦੇ ਹੋ, ਕੀ ਬਾਹਰ ਨਿਕਲ ਨਿਕਲ ਕੇ ਵੇਂਦੇ ਹੋ ਬੱਦਲਾਂ ਵੱਲੇ। ਕਿਆ ਉੱਠ ਉੱਠ ਦੇਖੋ ਬੱਪੜੇ, ਇਸ ਮੇਘੇ ਹੱਥ ਕਿਸ਼ਨਾ ਹੈ, ਇਸ ਵਿਚਾਰੇ ਬੱਦਲਾਂ ਦੇ ਵੱਸ ਕੁਝ ਨਹੀਂ ਹੈ, ਜਿਨ ਇਹ ਮੇਘ ਪਠਾਇਆ ਤਿਸ ਰਾਖੋ ਮਨ ਮਾਹੇ। ਇਹ ਵੀ ਗੁਰੂ ਅਮਰਦਾਸ ਮਹਾਰਾਜ ਦਾ ਸ਼ਲੋਕ ਹੈ। ਪਿਛਲੇ 2-4 ਜਿਹੜੇ ਇਸੇ ਹੀ, ਕਿਉਂਕਿ ਹੁਣ ਵਿਚਾਰ ਚੱਲ ਰਹੀ ਹੈ 1285 ਅੰਕ ਤੇ, ਉਹ ਸ਼ਬਦ ਲਗਭਗ ਕੋਈ 1280 ਦੇ ਅੰਕ ਦੇ ਉੱਤੇ ਉਹ ਸ਼ਬਦ ਸੀ। ਉਹਦੇ ਵਿੱਚ ਵੀ ਗੁਰੂ ਅਮਰਦਾਸ ਮਹਾਰਾਜ ਜੀ ਦਾ ਹੀ ਉਹ ਸ਼ਬਦ ਸੀ ਕਿ ਉੱਠ ਉੱਠ ਦੇਖੋ ਬੱਪੜੇ, ਕੀ ਭਈ ਬਾਹਰ ਨਿਕਲ ਨਿਕਲ ਕੇ ਤੁਸੀਂ ਵੇਂਦੇ ਹੋ ਬੱਦਲਾਂ ਵਾਲੇ ਬੰਨੇ, ਕੀ ਉੱਪਰ ਨੂੰ ਨਿਗਾਹ ਕਰਕੇ ਵੇਂਦੇ ਹੋ। ਸਤਿਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਇਸ ਮੇਘੇ ਹੱਥ ਕਿਸ਼ਨਾ ਹੈ, ਇਸ ਵਿਚਾਰੇ ਮੇਘੇ ਦੇ ਹੱਥ ਵਿੱਚ, ਬੱਦਲਾਂ ਦੇ ਹੱਥ ਵਿੱਚ ਕੁਝ ਨਹੀਂ ਹੈ, ਜਿਨ ਇਹ ਮੇਘ ਪਠਾਇਆ ਤਿਸ ਰਾਖੋ ਮਨ ਮਾਹੇ। ਅੱਜ ਦੇ ਸ਼ਬਦ ਵਿੱਚ ਵੀ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਨੇ ਭਾਈ ਇਹ ਜਿਹੜੀ ਬਰਸਾਤ ਹੋਈ ਹੈ, ਇਹ ਜਿਹੜਾ ਮੀਂਹ ਪਿਆ ਹੈ, ਧੰਨ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਅਕਾਲ ਪੁਰਖ ਦੇ ਹੁਕਮ ਵਿੱਚ ਪਿਆ ਹੈ, ਪਰਮੇਸ਼ਰ ਦੇ ਹੁਕਮ ਵਿੱਚ ਪਿਆ ਹੈ। ਤੇ ਸਤਿਗੁਰੂ ਕਹਿੰਦੇ ਨੇ ਲੋਕਾਂ ਨੂੰ ਖੁਸ਼ੀ ਹੋਈ ਬਰਸਾਤ ਹੋਣ ਨਾਲ, ਪਰ ਗੁਰੂ ਅਮਰਦਾਸ ਜੀ ਕਹਿੰਦੇ ਨੇ ਮੈਂ ਤਾਂ ਉਸ ਪਰਮਾਤਮਾ ਨੂੰ ਆਰਾਧਦਾ ਸਿਮਰਦਾ ਜਿਹਦੇ ਹੁਕਮ ਦੇ ਵਿੱਚ ਬਰਸਾਤ ਹੁੰਦੀ। ਇਹਦਾ ਮਤਲਬ ਇਹ ਹੋ ਗਿਆ ਕਿ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਜੀ ਸਾਨੂੰ ਫੋਕਟ ਜਿਹੜੀਆਂ ਪੂਜਾ ਨੇ ਉਹਨਾਂ ਤੋਂ ਮਨਾ ਕੀਤਾ, ਰੋਕ ਰਹੇ ਨੇ। ਜਿਵੇਂ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜਦੋਂ ਹਰਿਦੁਆਰ ਗਏ ਤੇ ਜਿਹੜੇ ਪਾਂਡੇ ਸਨ ਉੱਥੋਂ ਦੇ ਪੰਡਤ ਸਨ, ਪੁਜਾਰੀ ਬ੍ਰਾਹਮਣ, ਉਹਨਾਂ ਨੇ ਕੀ ਕੀਤਾ ਕਿ ਉਸ ਨਦੀ ਤੋਂ, ਗੰਗਾ ਤੋਂ ਪਾਣੀ ਬੁੱਕ ਭਰਦੇ ਸਨ ਤੇ ਚੜ੍ਹਦੇ ਵਾਲੇ ਬੰਨੇ ਨੂੰ ਮੂੰਹ ਕਰਕੇ ਸੂਰਜ ਵਾਲੇ ਬੰਨੇ ਨੂੰ ਉੱਪਰ ਨੂੰ ਸੁੱਟਦੇ ਸਨ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਉਹਨਾਂ ਨੂੰ ਕੁਝ ਨਹੀਂ ਕਿਹਾ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ, ਮੇਰੇ ਸਾਹਿਬ ਜੀ ਉਹਨਾਂ ਦੇ ਨੇੜੇ ਹੀ ਬੈਠ ਗਏ ਜਿੱਥੇ ਉਹ ਪਾਣੀ ਉੱਪਰ ਨੂੰ ਸੁੱਟ ਰਹੇ ਸਨ। ਗੁਰੂ ਨਾਨਕ ਦੇਵ ਮਹਾਰਾਜ ਜੀ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਬੈਠ ਗਏ ਤੇ ਮੇਰੇ ਸਾਹਿਬ ਨੇ ਬੁੱਕ ਭਰ ਭਰ ਕੇ ਭਾਈ ਮਰਦਾਨੇ ਨੂੰ ਵੀ ਨਾਲ ਲਾ ਲਿਆ, ਮਰਦਾਨਿਆਂ ਤੂੰ ਵੀ ਸਾਡੇ ਵਾਂਗੂ ਕਰ। ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਪਣਾ ਮੁਖ ਲਹਿੰਦੇ ਵੱਲ ਨੂੰ ਕਰ ਲਿਆ ਤੇ ਸਾਹਿਬ ਜੀ ਨੇ ਪਾਣੀ 'ਚ ਲੱਟਣਾ ਸ਼ੁਰੂ ਕਰ ਦਿੱਤਾ। ਇਹ ਪਾਂਡੇ ਇੱਕਦਮ ਜਿਹੜੇ ਸਨ ਵੇਖਣ ਲੱਗ ਪਏ, ਕਹਿਣ ਲੱਗੇ ਭਈ ਆਹ ਜਿਹੜੇ 2 ਫਕੀਰ ਆਏ ਨੇ ਰੱਬ ਦੇ ਪਿਆਰੇ, ਵੀ ਇਹ ਸਾਡੇ ਵਾਂਗੂ ਪਾਣੀ ਉੱਪਰ ਨਹੀਂ ਸੁੱਟਦੇ, ਇਹ ਪਾਣੀ ਜ਼ਮੀਨ ਤੇ ਸੁੱਟਣ ਲੱਗ ਪਏ ਨੇ, ਉਹ ਵੀ ਲਹਿੰਦੇ ਵਾਲੇ ਬਣੇ ਨੇ। ਇਹਨਾਂ ਨੇ ਪੁੱਛਿਆ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨਾਲ ਪਾਂਡਿਆਂ ਨੇ ਕਿ ਭਾਈ ਰੱਬ ਦੇ ਪਿਆਰਿਓ, ਸਤਿਪੁਰਸ਼ੋ, ਇਹ ਪਾਣੀ ਉੱਪਰ ਨੂੰ ਸੁੱਟੀਦਾ ਹੈ, ਸੂਰਜ ਵੱਲ ਨੂੰ ਸੁੱਟੀਦਾ ਹੈ, ਚੜ੍ਹਦੇ ਵੱਲ ਨੂੰ ਪਾਣੀ ਸੁੱਟੀਦਾ ਹੈ, ਤੁਸੀਂ ਲਹਿੰਦੇ ਵਾਲੇ ਬੰਨੇ ਤੇ ਉਹ ਵੀ ਜ਼ਮੀਨ ਤੇ ਪਾਣੀ ਡੋਲੀ ਜਾਂਦੇ ਹੋ, ਕੀ ਕਰ ਰਹੇ ਹੋ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ, ਸਾਨੂੰ ਪੁੱਛਣ ਤੋਂ ਪਹਿਲਾਂ ਤੁਸੀਂ ਇਹ ਦੱਸੋ ਵੀ ਤੁਸੀਂ ਕੀ ਕਰਦੇ ਪਏ ਹੋ। ਤੇ ਉਹ ਪੰਡਤ ਬ੍ਰਾਹਮਣ ਵਿਪਰ ਕਹਿਣ ਲੱਗੇ, ਜੀ ਅਸੀਂ ਤਾਂ ਸੂਰਜ ਨੂੰ ਪਾਣੀ ਦੇ ਰਹੇ ਹਾਂ, ਪਿੱਤਰਾਂ ਨੂੰ ਪਾਣੀ ਦੇ ਰਹੇ ਹਾਂ, ਮਰ ਚੁੱਕਿਆਂ ਨੂੰ ਪਾਣੀ ਦਿੰਦੇ ਪਏ ਹਾਂ। ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ, ਫਿਰ ਤੁਸੀਂ ਆਪਣਾ ਕੰਮ ਕਰੀ ਚੱਲੋ, ਮੈਂ ਆਪਣਾ ਕਰੀ ਜਾਂਦਾ। ਕਹਿੰਦੇ ਵੀ ਤੁਸੀਂ ਕਿਹੜਾ ਕੰਮ ਕਰ ਰਹੇ ਹੋ। ਸਤਿਗੁਰੂ ਕਹਿੰਦੇ, ਮੈਂ ਆਪਣੀ ਖੇਤੀ ਭਰਦਾ ਪਿਆ ਕਰਤਾਰਪੁਰ। ਹੈਰਾਨ ਰਹਿ ਗਏ ਪਾਂਡੇ ਵੀ ਲਗਭਗ 350 ਮੀਲ ਦੇ ਕਰੀਬ ਉੱਥੋਂ ਕਰਤਾਰਪੁਰ। ਕਹਿਣ ਲੱਗੇ, ਇੰਨੀ ਦੂਰ ਤੁਹਾਡਾ ਪਾਣੀ ਤਾਂ ਇੱਥੇ ਤੁਸੀਂ 2 ਬੁੱਕ ਭਰਦੇ ਹੋ, ਆ ਸੁੱਟਦੇ ਹੋ ਜ਼ਮੀਨ ਤੇ ਉਸੇ ਵੇਲੇ ਜੀਰ ਜਾਂਦਾ, ਕਰਤਾਰਪੁਰ ਕਿਵੇਂ ਪਹੁੰਚ ਜਾਏਗਾ। ਤੇ ਗੁਰੂ ਨਾਨਕ ਦੇਵ ਮਹਾਰਾਜ ਨੇ ਵੇਖ ਲਿਆ ਵੀ ਲੋਹਾ ਹੁਣ ਗਰਮ ਹੈ, ਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਕਿਹਾ, ਲੋਹਾ ਗਰਮ ਹੋਇਆ, ਹੁਣ ਸੱਟ ਮਾਰੀਏ। ਮੇਰੇ ਸਾਹਿਬ ਜੀ ਨੇ ਕਿਹਾ, ਬਸ ਇਸੇ ਤਰ੍ਹਾਂ ਹੀ ਪਹੁੰਚੇਗਾ ਕਰਤਾਰਪੁਰ ਜਿਵੇਂ ਤੁਹਾਡਾ ਸੂਰਜ ਤੇ ਪਹੁੰਚਦਾ। ਜਿਵੇਂ ਤੁਹਾਡਾ ਸੂਰਜ ਤੇ ਪਹੁੰਚ ਰਿਹਾ ਨਾ ਪਾਣੀ, ਪਿੱਤਰਾਂ ਮਰ ਚੁੱਕਿਆਂ ਨੂੰ ਪਹੁੰਚ ਰਿਹਾ, ਇੱਦਾਂ ਹੀ ਸਾਡਾ ਪਾਣੀ ਪਹੁੰਚ ਜਾਣਾ। ਹੁਣ ਜਦੋਂ ਕਈ ਵਾਰ ਕੀ ਹੁੰਦਾ ਹੈ ਕਿ ਬੰਦਾ ਕਈ ਵਾਰ ਕੁਰਾਹੇ ਪੈ ਜਾਂਦਾ ਹੈ, ਗਲਤ ਰਸਤੇ ਤੇ ਪੈ ਜਾਂਦਾ, ਕਈ ਵਾਰ ਬੇਸਮਝੀ ਦੇ ਨਾਲ ਹੀ ਬੰਦਾ ਕਰਮਕਾਂਡ ਕਰੀ ਜਾਂਦਾ। ਜਦੋਂ ਕੋਈ ਚੋਟ ਵੱਜਦੀ ਹੈ ਉਦੋਂ ਇੱਕਦਮ ਬੰਦਾ ਸੋਚਣ ਤੇ ਤਾਂ ਮਜਬੂਰ ਹੋ ਹੀ ਜਾਂਦਾ ਨਾ ਵੀ ਸੱਚਮੁੱਚ ਹੀ ਮੈਂ ਇੰਨਾ ਚਿਰ ਕੁਝ ਗਲਤੀ ਕਰਦਾ ਰਿਹਾ, ਮੈਂ ਇੰਨਾ ਚਿਰ ਕਰਮਕਾਂਡ ਹੀ ਕਰੀ ਗਿਆ। ਗੁਰੂ ਨਾਨਕ ਦੇਵ ਜੀ ਦਾ ਇਹ ਕਹਿਣ ਦਾ ਜਿਹੜਾ ਅੰਦਾਜ਼ ਸੀ, ਢੰਗ ਸੀ, ਨਵੇਕਲਾ ਸੀ। ਮੇਰੇ ਸਾਹਿਬ ਨੇ ਐਸੀ ਸ਼ਬਦ ਦੀ ਚੋਟ ਮਾਰੀ, ਇਹ ਪਾਂਡੇ ਸਤਿਗੁਰੂ ਮਹਾਰਾਜ ਦੇ ਕੋਲ ਬੈਠ ਗਏ ਵੀ ਇਹ ਕੋਈ ਸਧਾਰਨ ਆਮ ਵਿਅਕਤੀ ਨਹੀਂ ਹੈ, ਇਹ ਤਾਂ ਕੋਈ ਰੱਬ ਨੂੰ ਪਹੁੰਚਿਆ ਹੋਇਆ ਫਕੀਰ ਲੱਗਦਾ। ਬੈਠੇ, ਗੱਲਬਾਤ ਚੱਲੀ ਉੱਥੇ, ਸਤਿਗੁਰੂ ਮਹਾਰਾਜ ਨਾਲ ਵਿਚਾਰ ਵਟਾਂਦਰੇ ਹੋਏ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ ਵੀ ਅਸੀਂ ਤੁਹਾਨੂੰ ਸਮਝਾਉਣ ਵਾਸਤੇ ਹੀ ਆਏ ਹਾਂ। ਅਸਲ 'ਚ ਤੁਸੀਂ ਜੋ ਕੁਝ ਕਰਦੇ ਸੀ, ਜੇ ਅਸੀਂ ਤੁਹਾਨੂੰ ਉੱਦਾਂ ਰੋਕਦੇ ਜਾਂ ਕਹਿੰਦੇ, ਹੋ ਸਕਦਾ ਆਪਣੀ ਗੱਲ ਨਾ ਬਣਦੀ, ਪਰ ਇਹ ਢੰਗ ਤਰੀਕਾ ਸੀ ਤਾਂ ਅਪਣਾਇਆ ਵੀ ਤੁਸੀਂ ਸਾਨੂੰ ਸਵਾਲ ਕਰੋਗੇ, ਉਹਦਾ ਜਵਾਬ ਫਿਰ ਤੁਹਾਡੀਆਂ ਗੱਲਾਂ 'ਚੋਂ ਅਸੀਂ ਦੇਵਾਂਗੇ। ਇਹਨਾਂ ਪਾਂਡਿਆਂ ਨੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨਾਂ 'ਤੇ ਸਿਰ ਰੱਖ ਦਿੱਤਾ। ਐ ਬਾਬਾ, ਇੰਨਾ ਚਿਰ ਹੋ ਗਿਆ ਹੈ, ਸਾਨੂੰ ਕਿਸੇ ਨੇ ਗੱਲ ਦੱਸੀ ਹੀ ਨਹੀਂ, ਸਾਨੂੰ ਕਿਸੇ ਨੇ ਸਮਝਾਇਆ ਹੀ ਨਹੀਂ। ਅਸੀਂ ਤਾਂ ਬੜੇ ਲੰਮੇ ਸਮੇਂ ਤੋਂ, ਸਾਡੇ ਵੱਡ ਵਡੇਰੇ ਵੀ ਇਹੀ ਕੁਝ ਕਰਦੇ ਰਹੇ। ਹਾਲਤ ਇਹੀ ਹੈ ਸਮਾਜ ਦੀ ਅੱਜ ਵੀ। ਕਰਮ ਕਾਂਡ ਜਦੋਂ ਚੱਲਦੇ ਨੇ, ਹਰ ਬੰਦਾ ਕਹਿੰਦਾ ਵੀ ਪਹਿਲਾਂ ਵੀ ਤਾਂ ਲੋਕੀ ਇਸ ਤਰ੍ਹਾਂ ਹੀ ਕਰਦੇ ਸੀ, ਪਹਿਲਾਂ ਵੀ ਤਾਂ ਲੋਕੀ ਇੱਦਾਂ ਹੀ ਕਰਦੇ ਸੀ। ਬਸ ਇਸੇ ਗੱਲ ਨੂੰ ਲੈ ਕੇ ਕੋਈ ਵੀ ਆਪਣੇ ਕਰਮ ਕਾਂਡ, ਵਹਿਮ ਭਰਮ ਛੱਡਣ ਨੂੰ ਤਿਆਰ ਨਹੀਂ। ਜਿਸ ਤਰ੍ਹਾਂ ਲੋਕੀ ਲੰਮੇ ਸਮੇਂ ਤੋਂ ਜਿਹੜੇ ਕਰਮ ਕਾਂਡ ਪਏ ਹੋਏ ਨੇ, ਜਿਹੜੇ ਵਹਿਮ ਭਰਮ ਘਰਾਂ 'ਚ ਪਏ ਹੋਏ ਨੇ, ਤਰ੍ਹਾਂ ਤਰ੍ਹਾਂ ਦੀਆਂ ਪੂਜਾ 'ਚ ਲੋਕ ਪਏ ਨੇ। ਕੋਈ ਬ੍ਰਹਮੇ ਨੂੰ ਮੰਨੀ ਜਾਂਦਾ ਕਿ ਪੈਦਾ ਕਰਨ ਵਾਲਾ, ਕੋਈ ਵਿਸ਼ਨੂੰ ਨੂੰ ਮੰਨੀ ਜਾਂਦਾ ਹੈ ਰਿਜ਼ਕ ਦਿੰਦਾ, ਕੋਈ ਸ਼ਿਵ ਜੀ ਨੂੰ ਕਹੀ ਜਾਂਦਾ ਹੈ ਉਹ ਜੀਵਾਂ ਨੂੰ ਮਾਰਦਾ। ਅੱਜ ਤੱਕ ਵੀ ਇਹ ਭਰਮ ਲੋਕਾਂ ਦੇ ਨਿਕਲੇ ਨਹੀਂ, ਅੱਜ ਤੱਕ ਵੀ ਦੁਨੀਆ ਉਸੇ ਗੱਲ ਨੂੰ ਹੀ ਮੰਨੀ ਤੁਰੀ ਜਾਂਦੀ ਹੈ। ਕੋਈ ਗੁੱਗੇ ਦੀ ਪੂਜਾ ਕਰੀ ਜਾਂਦਾ, ਕੋਈ ਜੰਡ ਦੀ ਪੂਜਾ ਕਰੀ ਜਾਂਦਾ ਹੈ, ਕੋਈ ਮੜੀ ਦੀ ਪੂਜਾ ਕਰੀ ਜਾਂਦਾ। ਅੱਜ ਤੱਕ ਵੀ ਦੁਨੀਆ ਬਹੁ ਗਿਣਤੀ ਤੁਸੀਂ ਦੇਖ ਲਓ ਕਰਮ ਕਾਂਡਾਂ 'ਚੋਂ ਨਿਕਲੀ ਨਹੀਂ। ਜਨਮ ਤੋਂ ਲੈ ਕੇ ਮਰਨ ਤੱਕ ਦੇ ਸਾਰੇ ਸੰਸਕਾਰ ਸਾਡੇ ਜਿਹੜੇ ਹੈ ਉਹ ਕਰਮ ਕਾਂਡਾਂ ਵਿੱਚ ਹੀ ਨੇ। ਜਨਮ ਵੇਲੇ ਵੀ ਸੂਤਕ ਪਾਤਕ ਦੇ ਵਹਿਮ ਭਰਮ, ਆਨੰਦ ਵਿਆਹ ਵੇਲੇ ਵੀ ਕਈ ਤਰ੍ਹਾਂ ਦੇ ਭਰਮ, ਜਦੋਂ ਬੰਦੇ ਦੀ ਮੌਤ ਹੋ ਜਾਂਦੀ ਕਈ ਤਰ੍ਹਾਂ ਦੇ ਭਰਮ ਭੁਲੇਖੇ ਕਰਮ ਕਾਂਡ ਉਦੋਂ ਵੀ ਨੇ। ਪਰ ਸਤਿਗੁਰੂ ਮਹਾਰਾਜ ਜੀ ਸਾਡੇ ਇਹ ਸਾਰੇ ਵਹਿਮਾਂ ਭਰਮਾਂ ਨੂੰ, ਕਰਮ ਕਾਂਡਾਂ ਨੂੰ ਕੱਢਿਆ, ਪਰ ਦੁਨੀਆ ਨਿਕਲੀ ਨਾ। ਬੇਨਤੀ ਕਰ ਰਿਹਾ ਸੀ, ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਮਝਾਇਆ ਕਿ ਭਾਈ ਤੁਹਾਡਾ ਇਸ ਤਰ੍ਹਾਂ ਪਾਣੀ ਦੇਣ ਦਾ ਕੋਈ ਲਾਭ ਨਹੀਂ। ਜੇ ਇੱਕ ਕੰਮ ਕਰ ਸਕਦੇ ਹੋ ਤੇ ਕਰ ਲਵੋ, ਉਹ ਇਹ ਹੈ ਕਿ ਜਿਉਂਦੇ ਜੀ ਪਿੱਤਰਾਂ ਨੂੰ ਪਾਣੀ ਪਿਆ ਲਓ। ਜਿਉਂਦੇ ਜੀ ਜਿਹੜੇ ਪਿੱਤਰ ਨੇ, ਭਾਵ ਕਿ ਜਿਉਂਦੇ ਜੀ ਜਿਹੜੇ ਮਾਂ ਬਾਪ ਨੇ, ਚਾਹੇ ਮਾਂ ਬਾਪ ਤੇ ਚਾਹੇ ਮਨੁੱਖਤਾ ਦੀ ਗੱਲ ਹੈ। ਸਾਹਿਬ ਜੀ ਕਹਿੰਦੇ ਇੱਥੇ ਜਿਹੜੇ ਜਿਉਂਦੇ ਲੋਕ ਨੇ ਨਾ ਧਰਤੀ ਤੇ, ਉਹਨਾਂ ਨੂੰ ਪਾਣੀ ਪਿਆਓ, ਉਹਨਾਂ ਦੀ ਸੇਵਾ ਕਰੋ ਤੇ ਤੁਹਾਨੂੰ ਕੁਝ ਨਾ ਕੁਝ ਲਾਭ ਵੀ ਹੋ ਜਾਏਗਾ। ਤੁਹਾਡਾ ਸੁੱਟਿਆ ਹੋਇਆ ਪਾਣੀ ਸਿਰ ਤੋਂ 2 ਫੁੱਟ ਤਾਂ ਜਾਂਦਾ, ਫਿਰ ਥੱਲੇ ਆ ਜਾਂਦਾ। ਦੱਸੋ ਇਸ ਤਰ੍ਹਾਂ ਦੇ ਕਰਮ ਕਾਂਡ ਵਿੱਚੋਂ ਸਾਰੀ ਜ਼ਿੰਦਗੀ ਲੱਗੇ ਰਹੋ, ਕੀ ਨਿਕਲੇਗਾ। ਬਾਣੀ ਵਿੱਚ ਇੱਕ ਬੜਾ ਪਿਆਰਾ ਸ਼ਬਦ ਆਉਂਦਾ ਹੈ ਕਿ ਜੇ ਕੋਈ ਬੰਦਾ ਦੁੱਧ ਨੂੰ ਰਿੜਕੇ ਤੇ ਉਹਦੇ ਵਿੱਚੋਂ ਤੇ ਕੁਝ ਮੱਖਣ ਨਿਕਲ ਸਕਦਾ, ਘਿਓ ਨਿਕਲ ਸਕਦਾ, ਪਰ ਸਾਰੀ ਜ਼ਿੰਦਗੀ ਬੰਦਾ ਪਾਣੀ ਰਿੜਕੀ ਜਾਵੇ ਤਾਂ ਦੱਸੋ ਪਾਣੀ 'ਚੋਂ ਕੀ ਨਿਕਲੇਗਾ। ਪਾਣੀ ਰਿੜਕਣ ਨਾਲ ਕੁਝ ਨਹੀਂ ਬਣਨਾ। ਦੁੱਧ ਨੂੰ ਕੋਈ ਰਿੜਕੇਗਾ ਤੇ ਉਹਦੇ ਵਿੱਚੋਂ ਜ਼ਰੂਰ ਮੱਖਣ ਮਿਲ ਜਾਏਗਾ। ਕਰਮ ਕਾਂਡ ਕੀ ਨੇ? ਪਾਣੀ 'ਚ ਮਧਾਣੀ ਪਾਉਣੀ ਤੇ ਦੁੱਧ ਰਿੜਕਣਾ ਕੀ ਹੈ? ਗੁਰਮਤ ਅਨੁਸਾਰ ਸਮਝਣਾ ਗੁਰੂ ਦੇ ਬਚਨਾਂ ਨੂੰ। ਗੁਰਮਤ ਨੂੰ ਵਿਦਵਾਨਾਂ ਨੇ ਦੁੱਧ ਮੰਨਿਆ ਤੇ ਕਰਮ ਕਾਂਡਾਂ ਨੂੰ ਪਾਣੀ ਮੰਨਿਆ। ਗੁਰਮਤ ਵਿੱਚੋਂ ਤੇ ਕੁਝ ਨਾ ਕੁਝ ਮਿਲ ਸਕਦਾ, ਪਰ ਮਨ ਮਤ ਕਰਮ ਕਾਂਡਾਂ ਵਿੱਚੋਂ ਸਾਰੀ ਜ਼ਿੰਦਗੀ ਬੰਦਾ ਲੱਗਾ ਰਵੇ, ਕੁਝ ਨਹੀਂ ਮਿਲਦਾ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਨੇ, ਭਾਈ ਉਸ ਅਕਾਲ ਪੁਰਖ ਨੂੰ ਸਿਮਰੋ, ਯਾਦ ਉਹਨੂੰ ਕਰੋ ਜਿਹਦੇ ਹੁਕਮ ਦੇ ਵਿੱਚ ਸਾਰੀ ਖੇਡ ਵਰਤਦੀ ਹੈ। ਸਾਹਿਬ ਜੀ ਕਹਿੰਦੇ ਨੇ, ਜਦੋਂ ਅਸੀਂ ਸਤਿਗੁਰਾਂ ਦੀ ਪਾਵਨ ਪਵਿੱਤਰ ਬਾਣੀ ਜਪਜੀ ਸਾਹਿਬ ਪੜ੍ਹੀਏ, ਚਾਹੇ ਰਹਿਰਾਸ ਸਾਹਿਬ ਕਰੀਏ,
ਇਹਨਾਂ ਦੋਨਾਂ ਸੋਦਰਤਾ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਨੇ ਇਹੀ ਗੱਲ ਸਮਝਾਈ ਹੈ ਕਿ ਭਾਈ ਜਿਨ੍ਹਾਂ ਦੀ ਤੁਸੀਂ ਪੂਜਾ 'ਚ ਲੱਗੇ ਹੋਏ ਉਹ ਕਿਸੇ ਦੀ ਪੂਜਾ 'ਚ ਲੱਗੇ ਹੋਏ ਨੇ, ਉਹ ਵੀ ਕਿਸੇ ਨੂੰ ਯਾਦ ਕਰਦੇ ਨੇ, ਤੇ ਜਿਹਨੂੰ ਉਹ ਯਾਦ ਕਰਦੇ ਤੁਸੀਂ ਉਹਦੇ ਨਾਲ ਹੀ ਜੁੜੋ ਖਾਂ। ਜਿਵੇਂ ਸਾਹਿਬ ਜੀ ਕਹਿੰਦੇ ਨੇ, ਗਾਵਹਿ ਤੁਧਨੋ ਪਉਣ ਪਾਣੀ ਬੈ ਸੰਤਰ, ਗਾਵਹਿ ਰਾਜਾ ਧਰਮ ਦੁਆਰੇ, ਗਾਵਹਿ ਚਿਤ ਗੁਪਤ ਲਿਖ ਜਾਣਹਿ, ਲਿਖ ਲਿਖ ਧਰਮ ਵਿਚਾਰ ਹੈ, ਗਾਵਹਿ ਈਸ਼ਰ ਬਰਮਾ ਦੇਵੀ ਸੋਹਣ ਸਦਾ ਸਵਾਰੈ, ਗਾਵਹਿ ਇੰਦ ਇੰਦਾਸਨ ਬੈਠੇ ਦੇਵਤਿਆਂ ਦਰ ਨਾਲੇ, ਗਾਵਹਿ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ, ਗਾਵਨ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ, ਗਾਵਨ ਪੰਡਤ ਪੜਨ ਰਖੀਸਰ ਜੁਗ ਜੁਗ ਵੇਦਾਂ ਨਾਲੇ। ਇਹ ਸਾਰੇ ਰੱਬ ਨੂੰ ਗਾ ਰਹੇ ਨੇ। ਤੇ ਇੱਕ ਸਤਿਗੁਰੂ ਮਹਾਰਾਜ ਨੇ ਆਸਾ ਦੀ ਵਾਰ ਵਿੱਚ ਬਚਨ ਕੀਤਾ ਹੈ, ਉਹਦੇ ਵਿੱਚ ਸਾਹਿਬ ਨੇ ਭੈ ਸ਼ਬਦ ਵਰਤਿਆ ਹੈ। ਸਾਹਿਬ ਕਹਿੰਦੇ ਤੁਸੀਂ ਕਿਹੜੀ ਚੀਜ਼ ਤੋਂ ਡਰਦੇ ਹੋ? ਇਹ ਸਾਰੀਆਂ ਚੀਜ਼ਾਂ ਪਰਮਾਤਮਾ ਦੇ ਭੈ ਵਿੱਚ ਨੇ, ਤੇ ਜਿਹਦੇ ਭੈ ਵਿੱਚ ਚੱਲਦੀਆਂ ਨੇ ਤੁਸੀਂ ਉਸ ਦੇ ਭੈ ਨੂੰ ਮੰਨੋ। ਭੈ ਵਿੱਚ ਅਗਨ ਵਹਿ ਸਦਵਾਓ, ਭੈ ਵਿੱਚ ਚੱਲੇ ਲਖ ਦਰਿਆਓ, ਭੈ ਵਿੱਚ ਅਗਨ ਕੱਢੇ ਵੇਗਾਰ, ਭੈ ਵਿੱਚ ਧਰਤੀ ਦੱਬੀ ਭਾਰ, ਭੈ ਵਿੱਚ ਇੰਦ ਫਿਰੇ ਸਿਰ ਭਾਰ, ਭੈ ਵਿੱਚ ਰਾਜਾ ਧਰਮ ਦਵਾਰ, ਭੈ ਵਿੱਚ ਸੂਰਜ, ਭੈ ਵਿੱਚ ਚੰਦ, ਕੋਹ ਕਰੋੜੀ ਚਲਤ ਨਾ ਅੰਤ। ਸਤਿਗੁਰੂ ਕਹਿੰਦੇ ਸਾਰਾ ਕੁਝ ਉਹਦੇ ਭੈ ਵਿੱਚ ਚੱਲਦਾ ਹੈ, ਤੇ ਤੁਸੀਂ ਉਸ ਦੇ ਭੈ ਵਿੱਚ ਚੱਲੋ ਜਿਹਦੇ ਭੈ ਵਿੱਚ ਸਾਰਾ ਕੁਝ ਚੱਲ ਰਿਹਾ ਹੈ। ਤੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਕਿਰਪਾ ਕਰਦੇ ਨੇ, ਜੀਵਾਂ ਨੂੰ ਕਹਿੰਦੇ ਨੇ ਭਾਈ ਆਓ ਤੁਹਾਨੂੰ ਦੱਸੀਏ, ਇਸ ਇੰਦਰ ਦੇਵਤੇ ਦੀ ਪੂਜਾ ਛੱਡ ਕੇ ਉਹਦੀ ਪੂਜਾ 'ਚ ਨਾ ਪਾਓ ਕਿ ਸ਼ਾਇਦ ਇਹ ਬਰਸਾਤ ਹੁੰਦੀ ਹੈ ਤੇ ਅਸੀਂ ਇੰਦਰ ਦੇਵਤੇ ਨੂੰ ਖੁਸ਼ ਕਰਦੇ ਪਏ ਹਾਂ, ਉਹਦੇ ਵਾਸਤੇ ਲੰਗਰ ਜਾਂ ਜੱਗ ਲਾਉਂਦੇ ਪਏ ਜਾਂ ਉਹਦੇ ਅੱਗੇ ਅਰਦਾਸਾਂ ਕਰਦੇ। ਸਾਹਿਬ ਕਹਿੰਦੇ ਉਹਦੇ ਵਿਚਾਰੇ ਦੇ ਕੀ ਵਸ ਵਿੱਚ ਹੈ? ਇਹ ਤਾਂ ਬਰਸਾਤ ਕਰਨ ਵਾਲਾ ਪਰਮਾਤਮਾ ਵਾਹਿਗੁਰੂ ਅਕਾਲ ਪੁਰਖ ਹੈ। ਸਾਹਿਬ ਕਿਰਪਾ ਕਰੇ ਨੇ ਅੱਜ ਦੇ ਪਾਵਨ ਪਵਿੱਤਰ ਸ਼ਬਦ ਵਿੱਚ, ਇੰਦ ਵਰਸੈ ਕਰ ਦਇਆ ਲੋਕਾਂ ਮਨ ਉਪਜੈ ਚਾਓ। ਸਾਹਿਬ ਜੀ ਕਹਿੰਦੇ ਨੇ ਲੋਕਾਂ ਦੇ ਮਨ ਵਿੱਚ ਖੁਸ਼ੀ ਹੋਈ, ਚਾਹ ਪੈਦਾ ਹੋ ਗਿਆ ਵੀ ਬਰਸਾਤ ਹੋਈ ਹੈ, ਮੀਂਹ ਪੈ ਗਿਆ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਜਿਸ ਕੈ ਹੁਕਮ ਇੰਦ ਵਰਸਦਾ, ਤਿਸ ਕੈ ਸਦ ਬਲਿਹਾਰੈ ਜਾਉ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਭਈ ਅਸੀਂ ਤਾਂ ਉਹਦੇ ਤੋਂ ਬਲਿਹਾਰ ਜਾਂਦੇ ਹਾਂ, ਉਸ ਤੋਂ ਸਦਕੇ ਜਾਂਦੇ ਹਾਂ ਜਿਸ ਦੇ ਹੁਕਮ ਦੇ ਵਿੱਚ ਇਹ ਬਰਸਾਤ ਹੁੰਦੀ ਹੈ, ਜਿਸ ਦੇ ਹੁਕਮ ਦੇ ਵਿੱਚ ਇਹ ਮੀਂਹ ਪੈਂਦਾ ਹੈ। ਜਦੋਂ ਸਤਿਗੁਰੂ ਦੀ ਪਾਵਨ ਪਵਿੱਤਰ ਬਾਣੀ ਪੜ੍ਹਦੇ ਹਾਂ ਤੇ ਸਾਹਿਬ ਜੀ ਨੇ ਹੁਕਮ ਦੀ ਗੱਲ ਕਰਦਿਆਂ ਹੋਇਆਂ ਸਾਹਿਬ ਕਹਿੰਦੇ ਜਿਸ ਨੇ ਪਰਮਾਤਮਾ ਦੇ ਹੁਕਮ ਨੂੰ ਸਮਝ ਲਿਆ ਉਹੀ ਜੀਵ ਅਸਲ ਵਿੱਚ ਪ੍ਰਭੂ ਪਰਮਾਤਮਾ ਤੱਕ ਪਹੁੰਚ ਸਕਦਾ ਹੈ। ਹੁਕਮ ਮੰਨਿਆ ਹੋਵੇ ਪ੍ਰਵਾਨ, ਤਾਂ ਖਸਮੇ ਕਾ ਮਹਿਲ ਪਾਏ ਸੀ। ਸਾਹਿਬ ਦੇ ਹੋਰ ਵੀ ਬਚਨ ਨੇ, ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਏ। ਸਾਹਿਬ ਕਹਿੰਦੇ ਭਈ ਉਹਦੇ ਹੁਕਮ ਨੂੰ ਮੰਨਣਾ ਚਾਹੀਦਾ ਹੈ, ਉਹਦੀ ਰਜ਼ਾ ਨੂੰ ਮੰਨਣਾ ਚਾਹੀਦਾ, ਉਹਦੇ ਹੁਕਮ ਵਿੱਚ ਚੱਲਣਾ ਚਾਹੀਦਾ ਹੈ। ਤੇ ਗੁਰੂ ਨਾਨਕ ਦੇ ਘਰ ਵਿੱਚ ਜਿਨ੍ਹਾਂ ਨੇ ਹੁਕਮ ਮੰਨਿਆ ਪ੍ਰਵਾਨ ਉਹੀ ਹੋਏ ਨੇ। ਭਾਵੇਂ ਗੁਰੂ ਮਹਾਰਾਜ ਜੀ ਦੇ ਘਰ ਵਿੱਚ ਗੁਰੂ ਪੁੱਤਰ ਵੀ ਕਿਉਂ ਨਾ ਹੋਣ, ਜਿਨ੍ਹਾਂ ਹੁਕਮ ਨਹੀਂ ਮੰਨਿਆ ਉਹਨਾਂ ਨੂੰ ਪ੍ਰਵਾਨ ਨਹੀਂ ਕੀਤਾ ਗਿਆ। ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪੁੱਤਰ ਬਾਬਾ ਸ਼੍ਰੀ ਚੰਦ, ਬਾਬਾ ਲਖਮੀ ਦਾਸ, ਉਹਨਾਂ ਨੇ ਗੁਰੂ ਮਹਾਰਾਜ ਜੀ ਦੇ ਹੁਕਮ ਨੂੰ ਨਹੀਂ ਮੰਨਿਆ। ਕਿੰਨੀਆਂ ਸਾਖੀਆਂ ਨੇ, ਕਈ ਵਾਰ ਅਸੀਂ ਸੁਣੀਆਂ ਨੇ ਕਿ ਸਤਿਗੁਰੂ ਮਹਾਰਾਜ ਜੀ ਜੇ ਗੜਵਾ ਕੱਢਣ ਦੀ ਗੱਲ ਕਰਦੇ ਚਿੱਕੜ ਵਿੱਚੋਂ ਤਾਂ ਉਹ ਨਾ ਕਰ ਦਿੰਦੇ ਨੇ। ਜੇ ਸਤਿਗੁਰੂ ਮਹਾਰਾਜ ਜੀ ਕਹਿੰਦੇ ਰਾਤ ਨੂੰ ਕੱਪੜੇ ਧੋ ਕੇ ਲਿਆਓ ਤਾਂ ਨਾ ਕਰ ਦਿੰਦੇ ਨੇ। ਜੇ ਕਹਿੰਦੇ ਮਰੀ ਹੋਈ ਚੂਹੀ ਬਾਹਰ ਕੱਢੋ ਧਰਮਸ਼ਾਲ ਵਿੱਚੋਂ ਤਾਂ ਨਹੀਂ ਮੰਨਦੇ। ਜੇ ਸਾਹਿਬ ਜੀ ਕਹਿੰਦੇ ਦਰਖਤ ਤੇ ਚੜ੍ਹ ਕੇ ਇਹਨੂੰ ਹਿਲਾਓ ਤਾਂ ਨਹੀਂ ਹੁਕਮ ਮੰਨਦੇ। ਫਿਰ ਇਹ ਸਾਰੇ ਹੁਕਮ ਕਿੰਨੇ ਸਿਰ ਮੱਥੇ ਤੇ ਮੰਨੇ? ਇਹ ਸਾਰੇ ਹੁਕਮ ਸਿਰ ਮੱਥੇ ਤੇ ਪ੍ਰਵਾਨ ਕੀਤੇ ਭਾਈ ਸਾਹਿਬ ਭਾਈ ਲਹਿਣਾ ਜੀ ਨੇ। ਜਦੋਂ ਗੁਰੂ ਮਹਾਰਾਜ ਜੀ ਹੁਕਮ ਕਰਦੇ ਸਨ ਤੇ ਭਾਈ ਲਹਿਣਾ ਇੱਕ ਵਾਰ ਆਵੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਜਵਾਬ ਨਹੀਂ, ਸਗੋਂ ਸਤਿਗੁਰੂ ਦੇ ਹੁਕਮ ਨੂੰ ਸਿਰ ਮੱਥੇ ਤੇ ਖਿੜੇ ਮੱਥੇ ਪ੍ਰਵਾਨ ਕਰਦੇ ਸਨ। ਤੇ ਸਾਹਿਬ ਨੇ ਆਖਿਰਕਾਰ ਫਿਰ ਹੁਕਮ ਮੰਨਣ ਵਾਲੇ ਨੂੰ ਇਹ ਬਖਸ਼ਿਸ਼ ਦੇ ਦਿੱਤੀ, ਹੁਕਮ ਮੰਨਣ ਵਾਲੇ ਨੂੰ ਤਾਕਤ ਦੇ ਦਿੱਤੀ ਕਿ ਤੂੰ ਹੁਕਮ ਅੱਗੋਂ ਕਰ ਵੀ ਸਕਦਾ ਹੈ। ਸਮਾਜ ਵਿੱਚ ਵੀ ਐਸਾ ਹੀ ਹੈ। ਜਿਹੜੇ ਬੱਚਿਆਂ ਨੇ ਬਚਪਨ ਵਿੱਚ ਮਾਂ ਬਾਪ ਦਾ ਹੁਕਮ ਮੰਨਿਆ, ਜਿਨ੍ਹਾਂ ਨੇ ਸਕੂਲਾਂ ਵਿੱਚ ਟੀਚਰਾਂ ਦਾ ਹੁਕਮ ਮੰਨਿਆ, ਤੇ ਉਹਨਾਂ ਬੱਚਿਆਂ ਨੇ ਜਦੋਂ ਤਰੱਕੀ ਕਰਕੇ ਤੇ ਉਹਨਾਂ ਨੂੰ ਇੱਕ ਅਜਿਹੀ ਕੁਰਸੀ ਮਿਲ ਗਈ ਕਿ ਅੱਜ ਹੁਕਮ ਕਰਨ ਦੀ ਉਹਨਾਂ ਕੋਲੇ ਤਾਕਤ ਆ ਗਈ। ਪਹਿਲਾਂ ਹੁਕਮ ਮੰਨਿਆ, ਫਿਰ ਹੁਕਮ ਮਨਾਉਣ ਦੀ ਤਾਕਤ ਵੀ ਉਹਨਾਂ ਕੋਲੇ ਆਉਂਦੀ ਜਿਹੜੇ ਮੰਨਦੇ ਨੇ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਭਈ ਉਸ ਦੇ ਹੁਕਮ ਨੂੰ ਮੰਨਣਾ ਚਾਹੀਦਾ ਹੈ ਪਰਮਾਤਮਾ ਦੇ ਨੂੰ, ਤੇ ਉਹਦੇ ਤੋਂ ਕੁਰਬਾਨ ਸਦਕੇ ਬਲਿਹਾਰ ਜਾਣਾ ਚਾਹੀਦਾ ਹੈ। ਜਿਸ ਪਰਮਾਤਮਾ ਦੇ ਹੁਕਮ ਵਿੱਚ ਸਾਰੀ ਖੇਡ ਵਰਦੀ ਹੈ, ਜਿਹਦੇ ਹੁਕਮ ਵਿੱਚ ਹੀ ਇਹ ਬਰਸਾਤ ਹੁੰਦੀ ਹੈ,
उस परमात्मा तो कुर्बान सदके जाना चाहिए, ना कि किसी देवते की पूजा नहीं करनी चाहिए। साहब कृपा करते ने, गुरमुख शब्द संभालिया सच्चे के गुण गाओ। साहब जी कहते हैं जिहड़ा गुरु के सन्मुख हो के, गुरु के सन्मुख होने तो भाव है गुरु जी की विचारधारा नूं हिरदे विच धारण करने वाला जीव। साहब कहते हैं जिसने गुरु जी की विचारधारा नूं हिरदे विच धारण किया है, तो किहड़ी विचारधारा? शब्द संभालिया है। उन्हें गुरु के बचन, गुरु के शब्द नूं अपने हिरदे विच संभाल लिया, सांभ लिया है। तो सतगुरु महाराज जी कहते हैं सच्चे के गुण गाओ। सच्चे दे ही गुण गाउंदा है, वो सच परमात्मा नाल जुड़दा है। तो साहब जी कहते उस सच परमात्मा के शब्द नूं ही अपने हिरदे अंदर, मन अंदर धारण करके रखदा है। नानक नाम रते जन निर्मले सहजे सच समाओ। धन गुरु अमरदास महाराज जी कृपा करते हैं कि हे भाई, नाम रते जन निर्मले। साहब जी कहते ने निर्मल कौन है? वो जन किहड़ा निर्मल होया? साहब जी कहते जिन्हें नाम नाल अपने मन नूं जोड़ लिया है, क्योंकि बाणी नाम निर्मल मैल तो रहत है। तो साहब जी कहते जो मैल तो रहत है परमात्मा, उसे परमात्मा नूं जपिया होया ही मनुख दा मन जिहड़ा है ये मैल तो रहत हो सकता है। गुरु साहब जी ने दो उदाहरण दे के सानू दस्सिया भी है जपजी साहब की पावन पवित्र बाणी विच। साहब जी कहते ने भरिए हथ पैर तन देह पानी धोता उतर सके। जिवें साडे हथ पैर लिबड़न ते पानी नाल साफ करते हैं, पर पानी नाल साफ करन तो बाद पानी गंदा हो जाता है। मूद पलीती कपड़ होए ते साबुन लईए वो धोए। जो असीं कपड़े बस्तर धोने हैं तो उदों साबन भी मैला हो जाता है। पर साहब जी कहते ने परमात्मा का नाम मैल लाउंदा है तो पर मैला होंदा नहीं। सतगुरु महाराज कहते भरिए मत पापां कै संग ओह धोपै नावां कै रंग। परमात्मा का नाम जिहड़ा है ये जीव की मैल नूं ला के भी फिर भी निर्मल है, मैल नूं ला के भी मैल तो रहत है। सतगुरु महाराज जी कहते उस परमात्मा के नाम नाल जुड़ो, जिहड़ा परमात्मा का नाम जपण नाल मन की जन्मां जन्मांतरां की मैल लह जाती है, मन शुद्ध ते निर्मल हो जाता है। धन गुरु अमरदास महाराज जी ने उस सच्चे परमात्मा के नाल जोड़िया है। अज के शब्द विच गुरु अमरदास महाराज जी ने यही समझाया कि भाई उस दे हुक्म नूं मन्नो जिहदे हुक्म दे विच कल्ली बरसात ही नहीं, जिहदे हुक्म विच सारी संसार की खेड चलती है। जिहड़ा संसार नूं परमात्मा चला रहा है उस नाल जोड़िया, एक नाल परमात्मा नाल जोड़िया है। सतगुरां दी बाणी बार बार सानूं एक नाल जोड़न की प्रेरणा दिंदी है। गुरु ग्रंथ साहब महाराज जी दे विच शुरुआत ही एक तो हुंदी है। साहब जी कहते एक ओंकार आरंभता ही एक तो कीती है। तो बार बार बाणी दे विच तुसीं कोई भी शब्द लेंदे हो तो सतगुरु महाराज जी उस शब्द विच एक परमेश्वर के उत्ते टेक रखण लई, एक उत्ते भरोसा रखण लई, एक नूं जीवन विच धारण करन लई, एक उत्ते विश्वास रखण लई बार बार बाणी विच प्रेरणा दिंदे ने। इसे नूं गुरु नानक देव जी अपने शब्दां विच इह कहिंदे ने कि साहिब मेरा एको है भाई, एको है। तो गुरु अर्जन देव जी कृपा करते हैं एक ओट एको आधार। साहब जी कहते एक दे उत्ते अपनी टेक ते एक नूं ही अपना आसरा बनाओ। वो एक परमात्मा ही जिहड़ा है परमेश्वर, वो जीवां दी सार लैण वाला है, उही जीवां नूं पैदा करता है, उही रिजक दिंदा, उही जीवां नूं मारदा है। कोई वखरा कोई देवी देवता नहीं है जिहदी किसी ने पूजा करनी है। पर समाज विच तरह तरह दी पूजा करन, अग तो डरदिया होया अग की पूजा करन लातिया, पानी के हड़ वेखे तो पवन देवते की जिहड़ा सी पूजा करन ला दिता, वरण देवता नूं कहिंदे। इस तरह हवा तेज आई, हनेरियां तूफान आए वेखे तो पवन कहिंदे हवा नूं, उहदी पूजा करन जीव लग गया। इस तरह कोई चंद्रमा नूं पूजन लग पिया तो कोई सूरज नूं पूजन लग पिया। भाई गुरदास जी कहते हैं गुरु नानक देव जी की आउण तो पहला इत्थे यही कुछ हुंदा पिया सी कि कलयुग बोध अवतार है, बोध अबोध न दृष्टि आवै, कोई न किसै वरजई सोई करे जोई मन भावै, कोई पूजे सिला सुन कोई धरत आकाश मनावै, पौण पानी बै संतरो धर्मराज कोई तृप्तावै, आपो तापी होए कै न्यारे न्यारे धर्म चलावै। भाई सब जी ने कहा फोकट धर्मी
ਭਰਮ ਭੁਲਾਵੇ। ਇਹ ਫੋਕਟ ਦੇ ਜਿਹੜੇ ਕਰਮ ਕਾਂਡ ਸਨ, ਇਹਨਾਂ ਨੇ ਜੀਵਾਂ ਨੂੰ ਭਰਮਾਂ ਚ ਪਾਇਆ ਹੋਇਆ ਸੀ। ਗੁਰੂ ਨਾਨਕ ਦੇਵ ਜੀ ਆਏ ਤੇ ਸਾਰੇ ਫੋਕਟ ਕਰਮ ਕਾਂਡਾਂ ਤੋਂ ਉਹਨਾਂ ਨੇ ਖਹਿੜਾ ਛਡਵਾ ਕੇ ਕਿਹਾ, ਭਾਈ ਉਸ ਇੱਕ ਨੂੰ ਸਿਮਰੋ, ਇੱਕ ਨੂੰ ਯਾਦ ਕਰੋ। ਤੇ ਇਸੇ ਨੂੰ ਹੀ ਸਤਿਗੁਰੂ ਦਸਵੇਂ ਪਾਤਸ਼ਾਹ ਮਹਾਰਾਜ ਜੀ ਨੇ, ਜਦੋਂ ਉਹੀ ਗੁਰੂ ਨਾਨਕ ਦੀ ਜੋ 10ਵੇਂ ਜਾਮੇ ਵਿੱਚ ਹੈ, ਤੇ ਸਾਹਿਬ ਨੇ ਕਹਿ ਦਿੱਤਾ, ਪੂਜਾ ਅਕਾਲ ਕੀ ਪਰਚਾ ਸ਼ਬਦ ਕਾ, ਦੀਦਾਰ ਖਾਲਸੇ ਦਾ। ਭਈ ਪੂਜਾ ਅਕਾਲ ਦੀ ਕਰਨੀ ਹੈ, ਪਰਚਾ ਸ਼ਬਦ ਦਾ ਤੇ ਦੀਦਾਰ ਖਾਲਸੇ ਦਾ ਹੈ। ਇਹ ਸਤਿਗੁਰੂ ਦਾ ਹੁਕਮ ਹੈ। ਸੋ ਅੱਜ ਦੇ ਸ਼ਬਦ ਵਿੱਚ ਵੀ ਗੁਰੂ ਅਮਰਦਾਸ ਮਹਾਰਾਜ ਨੇ ਇਹੀ ਕਿਰਪਾ ਕੀਤੀ, ਸਤਿਗੁਰੂ ਰਹਿਮਤ ਕਰਨ ਅਸੀਂ ਉਸ ਇੱਕ ਪਰਮਾਤਮਾ ਦੇ ਨਾਲ ਜੁੜ ਸਕੀਏ, ਜਿਸ ਨਾਲ ਜੁੜਨ ਕਰਕੇ ਸਾਡੇ ਲੋਕ ਸੁਖੀਏ ਪਰਲੋਕ ਸਹੇਲੇ ਹੋ ਜਾਣਗੇ। ਭੁੱਲ ਚੁੱਕ ਦੀ ਖਿਮਾ, ਪਿਆਰ ਸਹਿਤ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।